ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਤੇਵਰ ਅਸਤੀਫਾ ਦੇਣ ਤੋਂ ਬਾਅਦ ਹੋਰ ਵੀ ਤਲਖ ਹੋ ਗਏ ਨੇ। ਮਾਲੀ ਨੇ ਜਿੱਥੇ ਕਾਂਗਰਸ ਦੇ ਕੁਝ ਆਗੂਆਂ ਤੇ ਸਿੱਧੂ ਨੂੰ ਰੋਕਣ ਦੇ ਇਲਜ਼ਾਮ ਲਾਏ ਨੇ, ਉੱਥੇ ਹੀ ਹਾਈ ਕਮਾਨ ਤੇ ਵੀ ਤਿੱਖੇ ਨਿਸ਼ਾਨੇ ਸਾਧੇ ਨੇ। ਪਿਛਲੇ ਕਈ ਦਿਨਾਂ ਤੱਕ ਵਿਵਾਦਾਂ ਦੇ ਵਿੱਚ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਬੇਸ਼ੱਕ ਸਲਾਹਕਾਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੋਏ, ਪਰ ਉਹਨਾਂ ਦੇ ਬੇਲਗਾਮ ਬੋਲ ਰੁਕਣ ਦਾ ਨਾਂ ਨਹੀਂ ਲੈ ਰਹੇ। ਮਾਲਵਿੰਦਰ ਸਿੰਘ ਮਾਲੀ ਨੇ ਹੁਣ ਕਾਂਗਰਸ ਹਾਈ ਕਮਾਨ ਤੇ ਹਮਲਾ ਬੋਲਿਆ। ਨਿਊਜ਼ 18 ਤੇ ਐਕਸਕਲੂਸਿਵ ਗੱਲਬਾਤ ਦੇ ਵਿੱਚ ਹਾਈ ਕਮਾਨ ਤੇ ਹੁਣ ਤੱਕ ਦੇ ਸਭ ਤੋਂ ਸੰਗੀਨ ਆਰੋਪ ਲਗਾਏ ਗਏ ਨੇ। ਇਹ ਜਿਹੜਾ ਹਰੀਸ਼ ਰਾਵਤ ਆ ਇੱਕ ਝੋਲਾ ਪਾਉ ਯੰਤਰ ਆ, ਇਹਦਾ ਤੁਸੀਂ ਇਹਦੇ ਬਿਆਨ ਪੜ੍ਹ ਲਓ। उदू इस्तीफा देने तो पहला दे बयान पढ़ लो, वो तो मामला सुलझ गया। उसने बोल दिया कि ना मैं कांग्रेसी हूँ, ये तो उनके निजी विचार हैं, ये तो मामला सुलझ गया। तुसीं अखबार चक लो, एक अखबार च दूजा बयान आउंदा, दूजे च दूजा आउंदा। ये सारी प्रॉब्लम एक झोला पाऊ यंत्र ने कीती है। ਇਹਦਾ ਕੰਮ ਤਾਂ ਹੋਆ ਜਿਹਦੀ ਖਾਈਏ ਬਾਜਰੀ ਉਹਦੀ ਭਰੀਏ ਹਾਜ਼ਰੀ। मैं तो फेसबुक ਤੇ ਪਾਇਆ ਬਈ ਹਾਈ ਕਮਾਂਡਾਂ ਨੇ ਜਿਹੜੀਆਂ ਉਹਨਾਂ ਲਈ ਪੰਜਾਬ ਸੋਨੇ ਦੀ ਖਾਣ ਆ, ਕਿ ਜਿਹੜੇ ਇੰਚਾਰਜ ਲਾਏ ਜਾਂਦੇ ਨੇ ਉਹਨਾਂ ਲਈ ਵੀ ਪੰਜਾਬ ਸੋਨੇ ਦੀ ਖਾਣ ਆ। ਤੇ ਮੈਂ ਇਹ ਵੀ ਕਿਹਾ ਇਹ ਹਾਈ ਕਮਾਂਡਾਂ ਬੱਚੇ ਖਾਣੀ ਸੱਪਣੀਆਂ ਵਰਗਾ ਰੋਲ ਵੀ ਨਿਭਾਉਂਦੇ ਆ। ਇੰਨਾ ਹੀ ਨਹੀਂ, ਮਾਲਵਿੰਦਰ ਮਾਲੀ ਨੇ ਕੈਪਟਨ ਖੀਮੇ ਨੂੰ ਵੀ ਨਹੀਂ ਬਖਸ਼ਿਆ ਤੇ ਇਲਜ਼ਾਮ ਜੜ ਦਿੱਤਾ ਕਿ ਕੈਪਟਨ ਖੀਮਾ ਸਿੱਧੂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਸਾਰੇ ਸਿੱਧੂ ਦੇ ਖਿਲਾਫ ਕਿਉਂ ਇਕੱਠੇ ਹੋ ਗਏ ਜੀ, ਮੈਨੂੰ ਇਹ ਦੱਸੋ। ਨੈਸ਼ਨਲ ਮੀਡੀਆ ਤੋਂ ਲੈ ਕੇ ਮਤਲਬ ਸਾਰੇ ਸਿਆਸਤਦਾਨ ਕਿਉਂ ਇਕੱਠੇ ਹੋ ਗਏ? ਕਿਉਂਕਿ ਸਿੱਧੂ ਨੇ ਪੰਜਾਬ ਦਾ ਏਜੰਡਾ ਉਭਾਰਿਆ ਸਾਹਮਣੇ। ਇਹ ਪੰਜਾਬ ਦਾ ਏਜੰਡਾ ਜਿਹਨੂੰ ਸਾਰੇ ਰੋਲਣਾ ਚਾਹੁੰਦੇ ਨੇ, ਮੁੱਦਿਆਂ ਦੀ ਸਿਆਸਤ ਵਾਰੀ ਜਿਹਨੂੰ ਸਾਰੇ ਰੋਲਣਾ ਚਾਹੁੰਦੇ ਨੇ। ਸਿੱਧੂ ਦੇ ਸਾਬਕਾ ਸਲਾਹਕਾਰ ਆਪਣੇ ਕਸ਼ਮੀਰ ਵਾਲੇ ਬਿਆਨ ਤੇ ਕਾਇਮ ਨੇ। ਉਹਨਾਂ ਦੀ ਦਲੀਲ ਹੈ ਕਿ ਜੇਕਰ ਉਹ ਦੇਸ਼ ਧਰੋਹੀ ਨੇ ਤਾਂ ਕਸ਼ਮੀਰ ਦੇ ਸਾਰੇ ਨੇਤਾ ਦੇਸ਼ ਧਰੋਹੀ ਨੇ। ਸੁਪਰੀਮ ਕੋਰਟ ਨੇ ਕਿਹਾ ਸਰਕਾਰ ਦੀ ਆਲੋਚਨਾ ਕਰਨੀ ਹੋਰ ਗੱਲ ਆ, ਦੇਸ਼ ਵਿਰੋਧ ਕਰਨਾ ਹੋਰ ਗੱਲ ਆ। ਮੈਂ ਸਰਕਾਰ ਦੇ ਫੈਸਲਿਆਂ ਦੀ ਆਲੋਚਨਾ ਕੀਤੀ ਆ। ਮੈਂ ਕਿਹਾ ਇਹਨਾਂ ਨੇ ਸੰਵਿਧਾਨ ਦੀ ਉਲੰਘਣਾ ਕਰਕੇ ਇਹਨਾਂ ਨੇ ਉਹ ਧਾਰਾ 370 ਤੇ 35 ਹਟਾਈ ਆ। ਉਹਦੇ ਸੰਬੰਧੀ ਪਟੀਸ਼ਨ ਸੁਪਰੀਮ ਕੋਰਟ 'ਚ ਦਾਖਲਾ। ਫਿਰ ਕਹੋ ਚੱਕੋ ਨਾ ਸਾਰਿਆਂ ਨੂੰ ਵੀ ਤੁਸੀਂ ਪਟੀਸ਼ਨ ਪਾਏ ਨਹੀਂ ਸਕਦੇ। ਇਹਨਾਂ ਬਿਆਨਾਂ ਤੋਂ ਸਾਫ਼ ਹੈ ਕਿ ਮਾਲਵਿੰਦਰ ਮਾਲੀ ਦੇ ਤੇਵਰ ਹੋਰ ਸਖਤ ਹੋਏ ਨੇ। ਨਾਲ ਹੀ ਸਲਾਹਕਾਰ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਜ਼ਾਹਿਰ ਕੀਤਾ ਕਿ ਉਹ ਹੁਣ ਕੁਝ ਵੀ ਬੋਲਣ ਦੇ ਲਈ ਆਜ਼ਾਦ ਨੇ। ਚੰਡੀਗੜ੍ਹ ਤੋਂ ਰੋਹਿਤ ਬਾਂਸਲ ਦੀ ਰਿਪੋਰਟ, ਨਿਊਜ਼ 18 ਪੰਜਾਬ। ਤੇ ਜਲਾਲਾਬਾਦ ਦੇ ਦਲਿਤ ਪਰਿਵਾਰ ਨਾਲ ਕੁੱਟਮਾਰ ਦਾ ਐਸਸੀ ਕਮਿਸ਼ਨ ਨੇ ਨੋਟਿਸ ਲਿਆ ਹੈ। ਪੰਜਾਬ ਦੇ ਚੀਫ ਸੈਕਟਰੀ ਅਤੇ ਡੀਜੀਪੀ ਤੋਂ ਜਵਾਬ ਮੰਗਿਆ ਗਿਆ ਹੈ ਔਰ ਪੰਜਾਬ ਦੇ ਚੀਫ ਸੈਕਟਰੀ ਤੇ ਡੀਜੀਪੀ ਨੂੰ ਤੁਰੰਤ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ। ਫਿਰੋਜ਼ਪੁਰ ਰੇਂਜ ਦੇ ਆਈਜੀ ਪੁਲਿਸ, ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਵੀ ਤੁਰੰਤ ਕਾਰਵਾਈ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਦੱਸ ਦਈਏ ਕਿ ਜਲਾਲਾਬਾਦ ਦੇ ਪਿੰਡ ਕਾਗਾ ਖੁਰਦ 'ਚ ਇੱਕ ਦਲਿਤ ਪਰਿਵਾਰ ਦੇ ਨਾਲ ਕੁੱਟਮਾਰ ਹੋਈ ਸੀ ਔਰ ਇਸ ਮਾਮਲੇ 'ਚ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਤੇ ਸੋਮਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਹੈ ਕਰਨਾਲ ਦੇ ਵਿੱਚ, ਜੋ ਲਾਠੀਚਾਰਜ ਕੀਤਾ ਗਿਆ ਹੈ ਉਸ ਦੇ ਸੰਦਰਭ ਦੇ ਵਿੱਚ ਕਰਨਾਲ 'ਚ ਹੀ ਕੱਲ੍ਹ ਇਹ ਮੀਟਿੰਗ ਹੋਏਗੀ, ਜਿੱਥੇ ਹਰਿਆਣਾ ਦੀਆਂ ਜਥੇਬੰਦੀਆਂ ਇਸ ਮੀਟਿੰਗ ਦਾ ਹਿੱਸਾ ਬਣਨਗੀਆਂ। ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੀਟਿੰਗ ਹੋਏਗੀ। ਕਿਸਾਨ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਅੱਗੇ ਕਿਸਾਨਾਂ ਨੇ ਕੀ ਰਣਨੀਤੀ ਅਪਣਾਉਣੀ ਹੈ, ਇਸ ਨੂੰ ਲੈ ਕੇ ਇਸ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਏਗੀ। ਉਧਰ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਕਿਸਾਨ ਕਾਨੂੰਨ ਆਪਣੇ ਹੱਥ 'ਚ ਨਾ ਲੈਣ, ਜਦੋਂ ਕਿ ਗੱਲਬਾਤ ਲਈ ਰਾਹ ਹਮੇਸ਼ਾ ਖੁੱਲਾ ਹੈ, ਇਹ ਪੁਲਿਸ ਕਹਿ ਰਹੀ ਹੈ। ਉਧਰ ਕਿਸਾਨ ਲਗਾਤਾਰ ਲਾਠੀਚਾਰਜ ਦਾ ਵਿਰੋਧ ਕਰ ਰਹੇ ਨੇ ਔਰ ਹੁਣ ਇੱਕ ਮੀਟਿੰਗ ਜਿਹੜੀ ਹੈ ਉਹ ਰੱਖੀ गई है संयुक्त किसान मोर्चे। किसान भाई हैं, प्रोटेस्टर्स हैं। हम जो यहाँ के किसान नेता हैं उनसे रेगुलर टच में हैं। प्रशासनिक तौर पे हम उनसे हर महीने कम से कम 2 बार मीटिंग करते हैं, उनसे बातचीत करते हैं, फ़ोन पे भी उनसे टच में रहते हैं। तो लोगों से आग्रह करेंगे कि कानून कोई भी अपने हाथ में ना ले, क्योंकि कानून फिर उससे सख्ती से निपटेगा। अगर किसी की भी कोई समस्या है, किसी को अपनी बात रखनी है, हल बातचीत रखने से ही होगा। और जिला प्रशासन के रास्ते हमेशा बातचीत के लिए खुले हैं। कोई भी किसान प्रतिनिधि, कोई भी किसान भाई खुद या उनका कोई नेता कभी भी बातचीत के लिए आ सकता है और हम समस्त मुद्दों पे बातचीत करने के लिए तैयार हैं। ਤੇ ਸੰਯੁਕਤ ਕਿਸਾਨ ਮੋਰਚੇ ਨੇ ਕਰਨਾਲ ਦੇ ਲਾਠੀਚਾਰਜ ਨੂੰ ਪ੍ਰੀ ਪਲੈਨਡ ਦੱਸਿਆ ਹੈ। ਕਿਸਾਨ ਆਗੂਆਂ ਮੁਤਾਬਕ ਬਦਲਾ ਲੈਣ ਦੀ ਭਾਵਨਾ ਨਾਲ ਕਿਸਾਨਾਂ ਤੇ ਐਕਸ਼ਨ ਕੀਤਾ ਗਿਆ।
ਸ਼ਨੀਵਾਰ ਦੀ ਦੁਪਹਿਰ ਕਰਨਾਲ ਦੇ ਬਸਤਾੜਾ ਟੋਲ ਪਲਾਜ਼ਾ ਤੇ ਕੋਹਰਾ ਮਚ ਗਿਆ। ਕਿਸਾਨਾਂ ਦਾ ਧਰਨਾ ਸੀ ਤੇ ਪੁਲਿਸ ਦੇ ਡੰਡੇ ਸਨ। ਦੇਖਦੇ ਹੀ ਦੇਖਦੇ ਖੂਨ ਦੇ ਨਾਲ ਲੱਥਪੱਥ ਕਿਸਾਨਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ। ਇਸ ਲਾਠੀ ਚਾਰਜ ਦੇ ਵਿੱਚ ਕਈ ਕਿਸਾਨ ਜ਼ਖਮੀ ਹੋ ਗਏ। ਇਸ ਪੂਰੇ ਘਟਨਾਕ੍ਰਮ ਦੇ ਪਿੱਛੇ ਸੰਯੁਕਤ ਮੋਰਚੇ ਨੂੰ ਸਾਜ਼ਿਸ਼ ਨਜ਼ਰ ਆਉਂਦੀ ਹੈ। ਸੰਯੁਕਤ ਮੋਰਚੇ ਦਾ ਇਲਜ਼ਾਮ ਹੈ ਕਿ ਕੋਈ ਸੁਭਾਵਿਕ ਲਾਠੀ ਚਾਰਜ ਨਹੀਂ ਸੀ, ਬਲਕਿ ਪੂਰੀ ਪਲਾਨਿੰਗ ਦੇ ਨਾਲ ਕਿਸਾਨਾਂ ਤੋਂ ਬਦਲਾ ਲੈਣ ਦੇ ਲਈ ਸਰਕਾਰ ਦੇ ਕਹਿਣ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। सरकार ने जिस तरीके से आज एक तरह से डिक्टेटरशिप दिखाई है और लोगों के सिर फोड़े हैं, हड्डियां तोड़ी हैं, यहाँ तक कि मजिस्ट्रेट ऑर्डर सिर में लठ मारने के दे रहा है, उनके ऊपर मुकदमा दर्ज होना चाहिए। ये बिल्कुल क्रूरता है। हमारी गाड़ियाँ तोड़ दी गई हैं, किसी कानून में नहीं है। संयुक्त मोर्चे के कुछ लीडर ने जेजेपी के पुलिस वालों के नाम भी आइडेंटिफाई किए ने, जिन्हां ते किसान इस बदला लऊ कार्रवाई के इल्जाम ला रहे हैं। सरकार की इस तरह की क्रूरता से मुकाबला करने के लिए परसों को 11 बजे करनाल के अंदर सभी किसान संगठनों की, हरियाणा के सभी किसान संगठनों की मीटिंग बुला ली गई है। अगली रणनीति का फैसला उसमें करेंगे। करनाल के एसडीएम आयुष सिन्हा भी संयुक्त मोर्चे के निशाने ते ने। संयुक्त मोर्चे ने एसडीएम नूं बर्खास्त करने की मांग की है और कहा कि जदों तक कार्रवाई नहीं होगी किसान पिछा नहीं छड्डणगे। इकट्ठे हुए किसानों ते पुलिस ने इस जिस तरह अन्ना लाठीचार्ज किया और 5 बार लाठीचार्ज किया, उसकी जिन्नी निंदा की जाए थोड़ी है। और इस लाठीचार्ज करने का हुक्म देने वाले एसडीएम करनाल जिसने कहा कि किसानों के सिर फोड़ दो और किसी की लत्त बांह तोड़े बिना ना जान दो, इदां दे हुक्म देने वाले किसान एसडीएम के विरुद्ध जेकर कोई सरकार ने कार्रवाई ना की, उसनों डिसमिस ना किया तो उसके खिलाफ इदां दा हुक्म गलत हुक्म देने दी दा मुकदमा ना बनाया तो किसान जथेबंदियां उसका पिछा नहीं छड्डणगियां। इस लाठी चार्ज ते हरियाणा सरकार पुलिस का बचाव कर रही है। सरकार का तर्क है कि उग्र हुए किसानों नूं रोकण दे लई मौके ते मौजूद पुलिस नूं एक कार्रवाई करनी पई सी। कल वाली घटना के बाद दुखी हूँ कि वहाँ सिर फोड़ने के बयान दिए गए एक अफसर द्वारा, वो उसके एथिकल स्टैंडर्ड्स जो एक आईएएस अफसर के होने चाहिए वो उसको मीट नहीं करते और उसके खिलाफ जो कार्रवाई होगी समय अनुसार होगी। मगर जो लॉ एंड ऑर्डर व्यवस्था को खराब करेंगे, मुझे लगता है कि वो पुलिस का काम है कि वो चीज़ें भी मेंटेन करें। करनाल दे विच होए इस लाठी चार्ज ने किसानां ते सरकार दे विचाले नवां टकराव पैदा कर दिता है। इस टकराव तो बाद किसान वड्डा एक्शन प्लान तैयार करने की तैयारी विच ने। चंडीगढ़ तो अंकित दुदानी, न्यूज़ 18।